Hello dear students, today we will cover allowances and powers of NAB ਤਹਿਸੀਲਦਾਰਸ। ਕੱਲ੍ਹ ਅਸੀਂ ਕੀਤੇ ਸੀ ਉਹਨਾਂ ਦੇ ਡਿਊਟੀਜ਼। ਅੱਜ ਇਹਨਾਂ ਦੇ ਅਲਾउंसेस ਉਹਨਾਂ ਨੂੰ ਕਿਹੜੇ ਟਾਈਪ ਦੇ ਅਲਾउंसेस ਮਿਲਦੇ ਨੇ ਅਤੇ ਇਹਨਾਂ ਦੀ ਪਾਵਰਸ ਕੀ ਨੇ ਉਹ ਆਪਾਂ ਕਵਰ ਕਰਾਂਗੇ। ਅਤੇ ਹੋਰ ਵੀ ਜ਼ਿਆਦਾ ਮੈਂ ਜਿਹੜੇ ਆਉਣ ਵਾਲੇ ਐਪੀਸੋਡਸ ਨੇ ਉਹਦੇ ਵਿੱਚ ਵਧੀਆ ਤੋਂ ਵਧੀਆ ਮਟੀਰੀਅਲ ਲੈ ਕੇ ਆਵਾਂਗੀ। ਸਾਰਾ ਇਹਨਾਂ ਦੇ ਰਿਗਾਰਡਿੰਗ ਹੀ ਹੋਊਗਾ। ਉਹਦੇ ਵਿੱਚ 100% ਹੈ ਕਿ ਬਹੁਤ ਸਾਰੇ ਕੁਐਸਚਨ ਤੁਹਾਨੂੰ ਪੇਪਰ ਵਿੱਚ ਪਾਏ ਜਾਣਗੇ ਇਹਨਾਂ ਤਹਿਸੀਲਦਾਰ ਦੇ ਐਗਜ਼ਾਮ ਵਿੱਚ। ਤਾਂ ਆਪਾਂ ਕਰਦੇ ਹਾਂ, ਸਟਾਰਟ ਕਰ ਦਿਆਂਗੇ। ਡੀਅਰਨੈਸ ਅਲਾउंसेस, ਮਹਿੰਗਾਈ ਭੱਤਾ। The NAB ਤਹਿਸੀਲਦਾਰ receives percentage of the basic salary as the dearness allowances every month as applicable from time to time. This is same for all the 3 posts. ਜਿਹੜਾ ਨੈਬ ਤਹਿਸੀਲਦਾਰ ਨੂੰ ਹਰ ਮਹੀਨੇ ਬੁਨਿਆਦੀ ਤਨਖਾਹ ਦੀ ਪ੍ਰਤੀਸ਼ਤ ਜਿਵੇਂ ਵੀ ਸਮੇਂ ਤੋਂ ਸਮੇਂ ਲਾਗੂ ਹੋਵੇ ਮਹਿੰਗਾਈ ਭੱਤੇ ਵਜੋਂ ਪ੍ਰਾਪਤ ਹੁੰਦੀ ਹੈ। Travel allowances, a NAB ਤਹਿਸੀਲਦਾਰ receives travel allowances as well. If they are travelling from one place to another, they will be provided the train fare. Also, they will be eligible to go for a holiday once in specific number of years. ਯਾਤਰਾ ਭੱਤਾ, ਨੈਬ ਤਹਿਸੀਲਦਾਰ ਨੂੰ ਯਾਤਰਾ ਭੱਤਾ ਵੀ ਮਿਲਦਾ ਹੈ ਜੇ ਉਹ ਇੱਕ ਥਾਂ ਦੂਜੀ ਥਾਂ ਯਾਤਰਾ ਕਰਦੇ ਹਨ ਅਤੇ ਉਹਨਾਂ ਨੂੰ ਰੇਲ ਦਾ ਕਿਰਾਇਆ ਵੀ ਦਿੱਤਾ ਜਾਂਦਾ ਹੈ। ਨਾਲ ਹੀ ਉਹ ਕੁਝ ਸਾਲਾਂ ਮਗਰੋਂ ਇੱਕ ਵਾਰ ਛੁੱਟੀ 'ਤੇ ਜਾਣ ਦੇ ਹੱਕਦਾਰ ਵੀ ਹੁੰਦੇ ਹਨ। ਹਾਊਸ ਰੈਂਟ ਅਲਾउंसेस, ਨੈਬ ਤਹਿਸੀਲਦਾਰ ਆਰ ਐਲੀਜੀਬਲ ਫॉर ਗਵਰਨਮੈਂਟ ਕੁਆਰਟਰਸ if there is not any quarter in the concerned area, then the employee will be able to get the house rent allowances. ਮਕਾਨ ਕਿਰਾਇਆ ਭੱਤਾ, ਨਾਇਬ ਤਹਿਸੀਲਦਾਰ ਨੂੰ ਸਰਕਾਰੀ ਕੁਆਟਰ ਮਿਲਦਾ ਹੈ। ਜੇ ਸੰਬੰਧਿਤ ਖੇਤਰ ਵਿੱਚ ਕੋਈ ਕੁਆਟਰ ਨਹੀਂ ਹੈ ਤਾਂ ਕਰਮਚਾਰੀ ਮਕਾਨ ਕਿਰਾਇਆ ਭੱਤਾ ਪ੍ਰਾਪਤ ਕਰਨ ਦੇ ਯੋਗ ਹੋਵੇਗਾ। ਮੈਂ ਸਾਰੇ ਅਲਾउंसेस ਦੱਸ ਰਹੀ ਹਾਂ ਇਹ ਜੋ ਕਿ ਨਾਇਬ ਤਹਿਸੀਲਦਾਰ ਨੂੰ ਦਿੱਤੇ ਜਾਂਦੇ ਹਨ ਪੋਸਟ 'ਤੇ। ਅਤੇ ਤੁਸੀਂ ਵੀਡੀਓ ਲਾਸਟ ਤੱਕ ਦੇਖਿਓ, ਤੁਹਾਨੂੰ ਬਹੁਤ ਸੋਹਣਾ ਮਟੀਰੀਅਲ ਇਹਦੇ ਵਿੱਚੋਂ ਮਿਲੂਗਾ ਔਰ ਕੁਛ ਪੁਆਇੰਟਸ ਜਿਹੜੇ ਨੇ ਤੁਸੀਂ ਆਪਣੇ ਨਾਲ ਨੋਟ ਕਰ ਸਕਦੇ ਹੋ। ਅੱਗੇ ਆਪਾਂ ਗੱਲ ਕਰਦੇ ਹਾਂ ਮੈਡੀਕਲ ਅਲਾउंसेस। ਮੈਡੀਕਲ ਅਲਾउंसेस ਲਾਈਕ ਮੈਡੀਸਿਨਸ, ਲੌਂਗ ਟਰਮ ਟਰੀਟਮੈਂਟਸ, ਵਨ ਟਾਈਮ ਸਰਜਰੀਜ਼ ਐਂਡ ਅਦਰ ਮੈਡੀਕਲ ਐਕਸਪੈਂਸਿਸ ਆਰ ਬੋਰਨ ਬਾਈ ਗਵਰਨਮੈਂਟ। ਮੈਡੀਕਲ ਭੱਤਾ, ਮੈਡੀਕਲ ਭੱਤਾ ਜਿਵੇਂ ਦਵਾਈਆਂ, ਲੰਮੇ ਸਮੇਂ ਦੇ ਇਲਾਜ, ਇੱਕ ਸਮੇਂ ਦੀਆਂ ਸਰਜਰੀਆਂ, ਹੋਰ ਡਾਕਟਰੀ ਖਰਚਿਆਂ ਨੂੰ ਸਰਕਾਰ ਦੁਆਰਾ ਅਦਾ ਕੀਤਾ ਜਾਂਦਾ ਹੈ। ਪੈਨਸ਼ਨ ਐਂਡ ਗ੍ਰੈਟੂਟੀ, after retirement the employees will get pension and gratuity like other government officers are also. They will receive all other benefits like DA, medical and so on. ਪੈਨਸ਼ਨ ਅਤੇ ਗ੍ਰੈਚੁਟੀ ਦੀ ਗੱਲ ਕਰਦੇ ਹਾਂ ਆਪਾਂ। ਰਿਟਾਇਰਮੈਂਟ ਤੋਂ ਬਾਅਦ ਕਰਮਚਾਰੀ ਨੂੰ ਹੋਰ ਸਰਕਾਰੀ ਅਫਸਰਾਂ ਵਾਂਗ ਪੈਨਸ਼ਨ ਵੀ ਦਿੱਤੀ ਜਾਂਦੀ, ਗ੍ਰੈਚੁਟੀ ਵੀ ਮਿਲੇਗੀ ਅਤੇ ਜਿੱਦਾਂ ਕਿ DA, ਮੈਡੀਕਲ ਐਕਸਪੈਂਸਿਸ, ਹੋਰ ਸਾਰੇ ਲਾਭ ਪ੍ਰਾਪਤ ਹੁੰਦੇ ਹਨ। ਅੱਗੇ ਆਪਾਂ ਕਵਰ ਕਰਾਂਗੇ ਪਾਵਰਸ। ਨੈਬ ਤਹਿਸੀਲਦਾਰਸ ਨੂੰ ਕਿਹੜੇ ਪਾਵਰ ਦਿੱਤੇ ਜਾਂਦੇ ਨੇ। ਤੁਸੀਂ ਵੀਡੀਓ ਲਾਸਟ ਤੱਕ ਦੇਖਿਓ ਔਰ ਜੋ ਪੁਆਇੰਟ ਤੁਹਾਨੂੰ ਵਧੀਆ ਲੱਗਣਗੇ ਤੁਸੀਂ ਆਪਣੇ ਨੋਟ ਵੀ ਕਰ ਸਕਦੇ ਹੋ। ਇਹਨਾਂ ਵਿੱਚੋਂ ਕੁਐਸਚਨ 100% ਸ਼ੋਰ ਹੈ ਕਿ ਪੇਪਰ ਦੇ ਵਿੱਚ ਆਉਣਗੇ ਅਤੇ ਮੈਂ ਅੱਗੇ ਹੋਰ ਵੀ ਜ਼ਿਆਦਾ ਇਹਨਾਂ ਦੇ ਰਿਗਾਰਡਿੰਗ ਪੂਰੀ ਫੁੱਲ ਨੌਲੇਜ ਜੋ ਇਹਨਾਂ ਦੇ ਬੇਸਿਕ ਪੂਰੀ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਲੈ ਕੇ ਆਵਾਂਗੀ ਅਤੇ ਤੁਸੀਂ ਵੀਡੀਓਜ਼ ਮੇਰੇ ਲਾਸਟ ਤੱਕ ਦੇਖਦੇ ਰਹੀਓ। ਪਾਵਰਸ, ਤਹਿਸੀਲਦਾਰ are appointed by the financial commissioner, revenue and NAB ਤਹਿਸੀਲਦਾਰ by the commissioner of the division. ਤਹਿਸੀਲਦਾਰ ਜੋ ਨੇ ਵਿੱਤ ਕਮਿਸ਼ਨਰ, ਮਾਲ ਅਤੇ ਨਾਇਬ ਤਹਿਸੀਲਦਾਰ ਦੁਆਰਾ ਡਿਵੀਜ਼ਨ ਦੇ ਕਮਿਸ਼ਨਰ ਦੁਆਰਾ ਨਿਯੁਕਤ ਕੀਤੇ ਜਾਂਦੇ ਹਨ। Their duties within ਤਹਿਸੀਲ ਸਬ ਤਹਿਸੀਲ are almost similar and manifold. ਤਹਿਸੀਲ ਸਬ ਤਹਿਸੀਲ ਵਿਚਲੇ ਉਹਨਾਂ ਦੇ ਕਰਤੱਵ ਲਗਭਗ ਇੱਕੋ ਜਿਹੇ ਅਤੇ ਬਹੁਪੱਖੀ ਹੁੰਦੇ ਹਨ। They enjoy the power of executive magistrate, assistant collector ਅਤੇ ਸਬ ਰਜਿਸਟਰਾਰ, ਜੁਆਇੰਟ ਸਬ ਰਜਿਸਟਰਾਰ। ਉਹ ਕਾਰਜਕਾਰੀ ਮੈਜਿਸਟਰੇਟ, ਸਹਾਇਕ ਕਲੈਕਟਰ ਅਤੇ ਸਬ ਰਜਿਸਟਰਾਰ, ਸੰਯੁਕਤ ਸਬ ਰਜਿਸਟਰਾਰ ਦੀਆਂ ਸ਼ਕਤੀਆਂ ਦਾ ਆਨੰਦ ਲੈਂਦੇ ਹਨ। Although there has been a recent move to appoint full-fledged sub registrar for some of the larger ਤਹਿਸੀਲਸ, ਜਿਹੜੀਆਂ ਸਭ ਤੋਂ ਵੱਡੇ ਏਰੀਆ ਦੇ ਵਿੱਚ ਤਹਿਸੀਲ ਹੁੰਦੇ ਨੇ, ਵੱਡੇ ਤਹਿਸੀਲਸ। ਹਾਲਾਂਕਿ ਕੁਝ ਵੱਡੀਆਂ ਤਹਿਸੀਲਾਂ ਲਈ ਪੂਰਨ ਉਪ ਰਜਿਸਟਰਾਰ ਨਿਯੁਕਤ ਕਰਨ ਲਈ ਹਾਲ ਹੀ ਵਿੱਚ ਹਰਕਤ ਕੀਤੀ ਗਈ ਹੈ। The revenue duties of ਤਹਿਸੀਲਦਾਰ are important. ਤਹਿਸੀਲਦਾਰ ਦੀਆਂ ਮਾਲ ਡਿਊਟੀਆਂ ਮਹੱਤਵਪੂਰਨ ਹਨ। He is in charge of ਤਹਿਸੀਲ revenue agency and is responsible for proper preparation and maintenance of ਤਹਿਸੀਲ revenue record and revenue accounts. ਉਹ ਤਹਿਸੀਲ ਮਾਲ ਏਜੰਸੀ ਦਾ ਇੰਚਾਰਜ ਹੁੰਦਾ ਹੈ। ਤਹਿਸੀਲ ਮਾਲ ਰਿਕਾਰਡ ਅਤੇ ਮਾਲ ਖਾਤਿਆਂ ਦੀ ਸਹੀ ਤਿਆਰੀ ਅਤੇ ਰੱਖ ਰਖਾਓ ਲਈ ਜ਼ਿੰਮੇਵਾਰ ਵੀ ਹੁੰਦਾ ਹੈ।
ਹੀ ਇਜ਼ ਆਲਸੋ ਰਿਸਪੋਂਸੀਬਲ ਫॉर ਰਿਕਵਰੀ ਆਫ ਗਵਰਨਮੈਂਟ ਡਿਊਜ਼ ਅੰਡਰ ਦ ਵੇਰੀਅਸ ਐਕਟ। ਉਹ ਵੱਖ-ਵੱਖ ਐਕਟਾਂ ਤਹਿਤ ਸਰਕਾਰੀ ਬਕਾਏ ਦੀ ਵਸੂਲੀ ਲਈ ਵੀ ਜ਼ਿੰਮੇਵਾਰ ਹੁੰਦਾ ਹੈ। He is supposed to have proper control over the working of patwaris and kangos, and for this purpose the naib tahsildar and naib tahsildars make inspection of patwaris and kangos working under them। ਉਹ ਪਟਵਾਰੀ ਅਤੇ ਕਨਗੋਆਂ ਦੇ ਕੰਮਕਾਜ 'ਤੇ ਢੁਕਵਾਂ ਕਾਬੂ ਰੱਖਦਾ ਹੈ ਅਤੇ ਇਸ ਮੰਤਵ ਲਈ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਆਪਣੇ ਅਧੀਨ ਕੰਮ ਕਰ ਰਹੇ ਪਟਵਾਰੀਆਂ ਅਤੇ ਕਨਗੋਆਂ ਦਾ ਨਿਰੀਖਣ ਕਰਦੇ ਹਨ। ਤਹਿਸੀਲਦਾਰ and ਨਾਇਬ ਤਹਿਸੀਲਦਾਰ in fact are called revenue officers holding separate circles, and it is provided in land administration manual that such allotted circle should be changed every year so that the responsibility of the ਤਹਿਸੀਲਦਾਰ for the whole of his charge may not be impaired। ਦਰਅਸਲ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਨੂੰ ਮਾਲ ਅਧਿਕਾਰੀ ਕਿਹਾ ਜਾਂਦਾ ਹੈ, ਜਿਨ੍ਹਾਂ ਦੇ ਵੱਖਰੇ ਸਰਕਲ ਹੁੰਦੇ ਹਨ ਅਤੇ ਭੂਮੀ ਪ੍ਰਸ਼ਾਸਨ ਮੈਨੂਅਲ ਵਿੱਚ ਇਹ ਵਿਵਸਥਾ ਕੀਤੀ ਗਈ ਹੈ ਕਿ ਹਰ ਸਾਲ ਅਜਿਹੇ ਅਲਾਟ ਕੀਤੇ ਗਏ ਸਰਕਲ ਨੂੰ ਬਦਲਿਆ ਜਾਣਾ ਚਾਹੀਦਾ ਹੈ ਤਾਂ ਜੋ ਪੂਰੇ ਕਾਰਜਭਾਰ ਲਈ ਤਹਿਸੀਲਦਾਰ ਦੀ ਜ਼ਿੰਮੇਵਾਰੀ 'ਤੇ ਮਾੜਾ ਅਸਰ ਨਾ ਹੋਵੇ। In Tehsil and Sub-Tehsil, as and when treasury officers are not posted, then the Tehsildar and Naib Tehsildar work as treasury officer in addition to their own duties। ਤਹਿਸੀਲ ਅਤੇ ਸਬ ਤਹਿਸੀਲ ਵਿੱਚ ਜਦੋਂ ਖਜ਼ਾਨਾ ਅਧਿਕਾਰੀ ਤਾਇਨਾਤ ਨਹੀਂ ਹੁੰਦੇ ਹਨ ਤਦ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਜੋ ਨੇ ਆਪਣੇ ਕਰਤੱਵਾਂ ਤੋਂ ਇਲਾਵਾ ਖਜ਼ਾਨਾ ਅਫਸਰ ਵਜੋਂ ਕੰਮ ਕਰਦੇ ਹਨ। ਤਹਿਸੀਲਦਾਰ ਆਲਸੋ ਰਜਿਸਟਰਸ ਦ ਮੈਰਿਜਸ ਸੋਲਮਨਾਈਜ਼ਡ। ਤਹਿਸੀਲਦਾਰ ਵਿਆਹ ਸ਼ਾਦੀਆਂ ਨੂੰ ਵੀ ਰਜਿਸਟਰ ਕਰਵਾਉਂਦੇ ਹਨ। Besides enjoying powers under few other land laws, they also attest uncontested mutations। ਕੁਝ ਹੋਰ ਜ਼ਮੀਨੀ ਕਾਨੂੰਨਾਂ ਅਧੀਨ ਸ਼ਕਤੀਆਂ ਦਾ ਆਨੰਦ ਲੈਣ ਦੇ ਇਲਾਵਾ ਉਹ ਗੈਰ ਤਸਦੀਕੀ ਇੰਤਕਾਲਾਂ ਦੀ ਵੀ ਤਸਦੀਕ ਕਰਦੇ ਹਨ। ਤਹਿਸੀਲਦਾਰ is further empowered to hear partition cases and to make allotment, transfer and auction of evacuee properties। ਤਹਿਸੀਲਦਾਰ ਨੂੰ ਵਿਭਾਗੀ ਮੁਕੱਦਮਿਆਂ ਦੀ ਸੁਣਵਾਈ ਕਰਨ ਅਤੇ ਵਿਸਥਾਪਿਤ ਵਿਅਕਤੀ ਮੁਆਵਜ਼ਾ ਅਤੇ ਮੁੜ ਵਸੇਬਾ ਐਕਟ 1954 ਅਧੀਨ ਨਿਕਾਸੀ ਜਾਇਦਾਦ ਦੀ ਅਲਾਟਮੈਂਟ ਅਤੇ ਟਰਾਂਸਫਰ ਅਤੇ ਨਿਲਾਮੀ ਕਰਨ, ਲੈਂਡ ਅੰਡਰ ਦੀ ਡਿਸਪਲੇਸਡ ਪਰਸਨ ਕੰਪਨਸੇਸ਼ਨ ਐਂਡ ਰੀਹੈਬਿਲਿਟੇਸ਼ਨ ਐਕਟ 1954 ਅਤੇ ਪੰਜਾਬ ਪੈਕੇਜ ਡੀਲ ਪ੍ਰੋਪਰਟੀਜ਼ ਡਿਸਪੋਜ਼ਲ ਐਕਟ 1976 ਐਜ਼ ਮੈਨੇਜਿੰਗ ਆਫਿਸਰਸ ਐਂਡ ਤਹਿਸੀਲਦਾਰ ਸੇਲਸ ਰਿਸਪੈਕਟਿਵਲੀ। ਜਿੱਦਾਂ ਕਿ ਆਪਾਂ ਕਹਿ ਰਹੇ ਸੀਗੇ ਕਿਹੜਾ ਐਕਟ ਹੈ, ਮੁਆਵਜ਼ਾ ਅਤੇ ਮੁੜ ਵਸੇਬਾ ਐਕਟ 1954 ਅਤੇ ਅਧੀਨ ਨਿਕਾਸੀ ਜਾਇਦਾਦਾਂ ਦੀ ਅਲਾਟਮੈਂਟ, ਟਰਾਂਸਫਰ ਅਤੇ ਨਿਲਾਮੀਕਰਨ ਅਤੇ ਪੰਜਾਬ ਪੈਕੇਜ ਡੀਲ ਸੰਪੱਤੀਆਂ ਨਿਪਟਾਰਾ ਐਕਟ 1976 ਅਧੀਨ ਉਸ ਨੂੰ ਕ੍ਰਮਵਾਰ ਮੈਨੇਜਿੰਗ ਅਫਸਰ ਅਤੇ ਤਹਿਸੀਲਦਾਰ ਵਿਕਰੀ ਵਜੋਂ ਅਧਿਕਾਰ ਦਿੱਤਾ ਗਿਆ ਹੈ। ਇਹ ਸਾਰੀ ਪਾਵਰਸ ਕੰਪਲੀਟ ਹੋ ਗਈਆਂ ਨੇਗੀਆਂ ਅਤੇ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਨੋਟ ਕਰ ਸਕਦੇ ਹੋ। ਅਤੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਸਰਵੇ ਇਕੁਇਪਮੈਂਟਸ ਬਾਰੇ ਕਰਾਂਗੇ। ਇਹਨਾਂ ਵੀ ਸਰਵੇ ਜਦੋਂ ਇਹ ਕਰਦੇ ਇਹਨਾਂ ਦੇ ਮੇਨ ਕੰਮ ਹੁੰਦਾ ਪ੍ਰੈਕਟੀਕਲ ਦੇ ਵਿੱਚ ਇਹਨਾਂ ਨੂੰ ਕੀ ਪ੍ਰੋਵਾਈਡ ਕਰਵਾਇਆ ਜਾਂਦਾ ਅਤੇ ਉਹ ਜਿਹੜੀ ਚੀਜ਼ਾਂ ਪ੍ਰੋਵਾਈਡ ਕਰਵਾਈ ਜਾਂਦੀਆਂ ਨੇ ਇਹਦੇ ਇਕੁਇਪਮੈਂਟਸ ਉਹ ਕਿੱਦਾਂ ਕੰਮ ਕਰਦੇ ਨੇ, ਕੀ ਹੁੰਦੇ ਨੇ, ਉਹਨਾਂ ਦੇ ਸਾਰੇ ਫੁੱਲ ਫਲੈਜ ਇਨਫੋਰਮੇਸ਼ਨ ਮੈਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਦੇਵਾਂਗੀ। ਜੋ ਤੁਹਾਡੀ ਕੋਈ ਹੋਰ ਇਨਕੁਆਇਰੀਜ਼ ਹੋਣ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਦੱਸ ਸਕਦੇ ਹੋ। ਥੈਂਕ ਯੂ ਸੋ ਮਚ।